ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਉਹਨਾਂ ਦਾ ਕਰਦੇ ਹਾਂ ਪ੍ਰੋਗਰਾਮ ਸਵਾਗਤ। ਫਿਰ ਦੇਸ਼ ਦੁਨੀਆ ਦੀਆਂ ਅੱਜ ਦੀਆਂ ਅਹਿਮ ਖਬਰਾਂ ਤੇ ਚਾਨਣਾ ਪਾਵਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਵਾਂ ਤਾਂ ਕੁਝ ਦਿਨ ਪਹਿਲਾਂ ਕਰਨਾਟਕ ਦੇ ਇੱਕ ਵਿਧਾਨ ਸਭਾ ਹਲਕੇ ਦੀਆਂ ਜਾਲੀ ਵੋਟਾਂ ਦਾ ਦੋਸ਼ ਲਾਉਂਦਿਆਂ ਹੋਇਆਂ ਇਲੈਕਸ਼ਨ ਕਮਿਸ਼ਨ ਦੇ ਉੱਪਰ ਇੱਕ ਵੱਡੀ ਪ੍ਰੈਸ ਕਾਨਫਰੰਸ ਰਾਹੁਲ ਗਾਂਧੀ ਦੇ ਵੱਲੋਂ ਵਿਰੋਧੀ ਧਿਰ ਦੇ ਆਗੂ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਉਸ ਦੇ ਨਾਲ ਜੋ ਕੁਝ ਸਵਾਲ ਇਲੈਕਸ਼ਨ ਕਮਿਸ਼ਨ ਤੇ ਉੱਠੇ ਉਹਦਾ ਮੋੜਵੇਂ ਰੂਪ 'ਚ ਜਵਾਬ ਦੇਣ ਦੇ ਲਈ ਇਲੈਕਸ਼ਨ ਕਮਿਸ਼ਨ ਨੇ ਵੀ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ। ਇਸ ਪ੍ਰੈਸ ਕਾਨਫਰੰਸ ਦੇ ਚੰਕ ਬਹੁਤ ਵਾਇਰਲ ਹੋ ਰਹੇ ਨੇ। ਕੋਈ ਰਿਪੋਰਟਰ ਸਵਾਲ ਕਰ ਰਿਹਾ ਹੈ, ਕਿਤੇ ਗਿਆਨੇਸ਼ ਕੁਮਾਰ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ। ਪਰ ਕੁੱਲ ਮਿਲਾ ਕੇ ਇਸ ਪ੍ਰੈਸ ਕਾਨਫਰੰਸ ਨੇ ਕੀ ਰਾਹੁਲ ਗਾਂਧੀ ਦੀਆਂ ਸਾਰੀਆਂ ਗੱਲਾਂ ਦੀ ਕਾਟ ਕਰ ਦਿੱਤੀ ਹੈ ਜਾਂ ਫਿਰ ਨਵੇਂ ਸਵਾਲ ਖੜੇ ਕੀਤੇ ਨੇ? ਪਾਇਓ ਜ਼ਰਾ ਚਾਨਣਾ। ਦੇਖੋ, ਅੱਜ ਇੱਕ ਪ੍ਰੈਸ ਕਾਨਫਰੰਸ ਹੋਰ ਹੋਈ ਆ, ਠੀਕ ਹੈ ਜੀ। ਇੱਕ ਤੇ ਰਾਹੁਲ ਗਾਂਧੀ ਹੋਰਾਂ ਨੇ ਇੱਕ ਬਹੁਤ ਵੱਡੀ ਯਾਤਰਾ ਕੱਢੀ ਆ, ਵੋਟਰ ਅਧਿਕਾਰ ਯਾਤਰਾ ਬਿਹਾਰ ਦੇ ਵਿੱਚ। ਜੇ ਤੁਸੀਂ ਉਹਦੀਆਂ ਤਸਵੀਰਾਂ ਹੁਣੇ ਵੀ ਵੇਖੋਗੇ, ਗੂਗਲ ਕਰ ਲਓ ਜਾਂ ਇੱਥੇ ਖੜੇ ਪੈਰ ਜੋ ਵੀ ਤੁਹਾਡੇ ਕੋਲ ਮਾਧਿਅਮ ਆ, ਤੁਸੀਂ ਵੇਖੋ ਕਿ ਉਸ ਰੈਲੀ ਦਾ, ਉਸ ਯਾਤਰਾ ਦਾ ਹੁੰਗਾਰਾ ਤੇ ਹੁਲਾਰਾ ਕਿਹੋ ਜਿਹਾ। ਉਹ ਮੇਰੇ ਖਿਆਲ ਦੇ ਨਾਲ ਜਿਹੜੀ ਆਪਾਂ ਗੱਲ ਕਰਦੇ ਸਾਂ ਗੁਰਪ੍ਰੀਤ ਜੀ, ਕਿ ਵੋਟ ਇੱਕ ਏਦਾਂ ਦੀ ਚੀਜ਼ ਆ ਜਿਹੜੀ ਹਰੇਕ ਬੰਦੇ ਦੇ ਨਾਲ ਜੁੜੀ ਹੋਈ ਆ ਤੇ ਇਹ ਵੋਟ ਦੇ ਸਿਰ ਤੇ ਹੀ ਆ ਕਿ ਲੀਡਰ ਆ ਕੇ ਪੈਰੀਂ ਹੱਥ ਲਾਉਂਦਾ, ਪਊਆ ਅਧੀਆ ਦਾਰੂ ਵੀ ਦੇ ਦਿੰਦਾ। ਮਤਲਬ ਕਿ ਸਾਰੀ ਵੋਟ ਦੀ ਤਾਕਤ ਹੈ ਨਾ। ਤਾਂ ਜੇ ਉਹ ਵੋਟ ਦੀ ਤਾਕਤ ਜਿਹੜੀ ਆ ਉਹਦੀ ਵੁਕਤ ਹੀ ਕੱਖ ਨਾ ਰਹੇ, ਵੋਟ ਚੋਰੀ ਹੋ ਜਾਵੇ ਉਹਦਾ, ਤਾਂ ਫਿਰ ਕਿਤੇ ਨਾ ਕਿਤੇ ਸਵਾਲ ਵੱਡਾ ਬਣ ਜਾਂਦਾ ਹੈ। ਤਾਂ ਮਤਲਬ ਇਹਨਾਂ ਨੇ ਨੈਰੇਟਿਵ ਇਸ ਤਰ੍ਹਾਂ ਦਾ ਸਿਰਜਣ ਦਾ ਜਿਹੜਾ ਯਤਨ ਕੀਤਾ ਸੀ, ਮੈਨੂੰ ਹੁਣ ਲੱਗਦਾ ਹੈ ਕਿ ਰਾਹੁਲ ਗਾਂਧੀ ਟਰੈਕ ਤੇ ਆ ਰਿਹਾ। ਵੇਖੋ, ਗਿਆਨੇਸ਼ ਕੁਮਾਰ ਦੀ ਤੁਸੀਂ ਕੱਲ ਵਾਲੀ ਪ੍ਰੈਸ ਕਾਨਫਰੰਸ ਦਾ ਜ਼ਿਕਰ ਕੀਤਾ ਹੈ, ਤਾਂ ਗਿਆਨੇਸ਼ ਕੁਮਾਰ ਨੇ ਬਿਲਕੁਲ ਆਪਣੀ ਸੁਵਿਧਾ ਅਨੁਸਾਰ ਜਵਾਬ ਦਿੱਤੇ ਆ। ਹੁਣ ਜਿਵੇਂ ਮੈਂ ਮਿਸਾਲ ਦੇ ਤੌਰ ਤੇ ਕਹਾਂ ਕਿ ਇਹ ਤੇ ਉਹਨਾਂ ਨੇ ਦੱਸਤਾ ਕਿ ਜੀ 0 ਨੰਬਰ ਹਾਊਸ ਕੀ ਹੁੰਦਾ, ਕਿ ਮਸਲਨ ਕਿ ਭਾਈ ਜਿਹਦੇ ਕੋਲ ਘਰ ਘਾਟ ਨਹੀਂ ਹੈ, ਫੁੱਟਪਾਥ ਹੀ ਹੈ, ਉਹਨੂੰ 0 ਨੰਬਰ ਹੀ ਅਲਾਟ ਕਰਾਂਗੇ। ਚਲੋ ਇਹ ਸਫਾਈ ਹੋ ਗਈ। ਪਰ ਜਦੋਂ ਗਿਆਨੇਸ਼ ਕੁਮਾਰ ਜੀ ਨੂੰ ਇਹ ਪੁੱਛਿਆ ਜਾਂਦਾ ਕਿ ਫਿਰ 80 ਕਿੱਦਾਂ ਰਹਿ ਗਏ, 80 ਬੰਦੇ ਇੱਕ ਕਮਰੇ 'ਚ ਵੋਟਰ ਕਿਵੇਂ ਹੁੰਦੇ ਆ, ਉਹਦਾ ਜਵਾਬ ਤੇ ਨਹੀਂ ਨਾ ਜੀ। ਮਤਲਬ ਆਪੇ ਕਹੀ ਜਾਂਦੇ ਆ ਕਿ ਅਸੀਂ ਜਾਂਚ ਪੜਤਾਲ ਵੀ ਕਰਵਾ ਲੈਂਦੇ ਆ, ਤੇ ਆਪੇ ਕਹਿੰਦੇ ਜੀ ਹੇਠਲੇ ਪੱਧਰ ਤੇ BLO ਦੇ ਹੱਥ ਵਸ ਹੁੰਦਾ, ਕਈ ਵਾਰ ਉੱਥੇ ਤਰੁੱਟੀਆਂ ਰਹਿ ਜਾਂਦੀਆਂ। ਤੁਸੀਂ ਜ਼ਿਲ੍ਹਾ ਚੋਣ ਅਧਿਕਾਰੀ ਰੱਖੇ ਆ, ਤੁਸੀਂ ਸਟੇਟ ਚੋਣ ਅਧਿਕਾਰੀ ਰੱਖੇ ਆ, ਆਪ ਤੁਸੀਂ ਨੈਸ਼ਨਲ ਲੈਵਲ ਤੇ ਬੈਠੇ ਜੇ, ਐਡਾ ਤਗੜਾ ਤੁਹਾਨੂੰ ਬਜਟ ਮਿਲਦਾ, ਤਾਂ ਤੁਸੀਂ ਚੈੱਕ ਐਂਡ ਬੈਲੈਂਸ ਤਾਂ ਰੱਖੋਗੇ ਨਾ। ਕੁੰਡਾ ਤਾਂ ਹੋਏਗਾ। ਇਹ ਕਿਹੜੀ ਗੱਲ ਹੋਈ? ਮਤਲਬ ਕਿ ਬਹੁਤ ਹੀ ਗਿਆਨੇਸ਼ ਕੁਮਾਰ ਨੇ ਗਿਆਨ ਘੋਟਣ ਦਾ ਯਤਨ ਕੀਤਾ, ਪਰ ਇਹਨਾਂ ਦੀ ਇਹ ਪ੍ਰੈਸ ਕਾਨਫਰੰਸ ਇੰਨੀ ਪੁੱਠੀ ਪਈ ਆ ਕਿ ਅੱਜ ਮੋੜਵੀਂ ਪ੍ਰੈਸ ਕਾਨਫਰੰਸ ਜਿਹੜੀ ਆ ਨਾ, ਉਹ ਇੰਡੀਆ ਗੱਠਜੋੜ ਨੇ ਕੀਤੀ ਆ ਜੀ। ਤਾਂ ਇਹਨਾਂ ਨੇ ਮਤਲਬ ਗੱਲ ਇਹ ਆ ਕਿ ਬੈਠਕ ਜਿਹੜੀ ਕੀਤੀ ਆ ਉਹਦੇ ਵਿੱਚ ਇਹ ਗੱਲ ਆਖੀ ਹੈ ਇਹਨਾਂ ਨੇ
ਕਿ ਜ਼ਰੂਰਤ ਪਈ ਤਾਂ ਅਸੀਂ ਗਿਆਨੇਸ਼ ਕੁਮਾਰ ਦੇ ਖਿਲਾਫ ਮਹਾਂਦੋਸ਼ ਲੈ ਕੇ ਆਵਾਂਗੇ। ਮਤਲਬ ਕਿ ਉਹਨਾਂ ਨੇ ਕਿਹਾ ਕਿ ਅਜੇ ਤੱਕ ਤਾਂ ਮਹਾਂਦੋਸ਼ ਦਾ ਕੋਈ ਔਪਚਾਰਿਕ ਚਰਚਾ ਨਹੀਂ ਹੈ, ਪਰੰਤੂ ਜੇ ਸਾਨੂੰ ਲੱਗਦਾ ਕਿ ਜ਼ਰੂਰਤ ਹੈ ਤਾਂ ਅਸੀਂ ਇਹ ਸਦਨ ਦੇ ਵਿੱਚ ਲਿਆ ਵੀ ਸਕਦਾ। ਤਾਂ ਇਹ ਤੁਹਾਨੂੰ ਮੈਂ ਦੱਸ ਦੇਵਾਂ, ਥੋੜੀ ਜਿਹੀ ਜਾਣਕਾਰੀ ਦੇ ਦੇਵਾਂ ਕਿ ਜਿਹੜੀ ਚੋਣ ਕਮਿਸ਼ਨ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਅਕਸਰ, ਕਿ ਇਹ ਬਹੁਤ ਵੱਡੀ ਸੰਸਥਾ ਆ, ਬਹੁਤ ਵੱਡੀ ਸੰਸਥਾ ਹੈ, ਖੁਦ ਮੁਖਤਿਆਰ ਸੰਸਥਾ ਹੈ। ਜਦੋਂ ਤੁਸੀਂ ਆਰਟੀਕਲ 324 ਪੜ੍ਹਦੇ ਹੋ ਸੰਵਿਧਾਨ ਦਾ ਜੀ, ਉਹਦੇ ਵਿੱਚ ਮਤਲਬ ਇਹਨੂੰ ਸੁਤੰਤਰ ਸੰਸਥਾ ਦਾ ਦਰਜਾ ਦਿੱਤਾ ਜਾਂਦਾ, ਤੇ ਸੁਤੰਤਰ ਸੰਸਥਾ ਦੇ ਖਿਲਾਫ ਆਪਾਂ ਕੋਈ ਸਿੱਧੇ ਤੌਰ ਤੇ ਕਾਰਵਾਈ ਤੇ ਨਹੀਂ ਕਰ ਸਕਦੇ। ਯਾਨੀ ਸੁਪਰੀਮ ਕੋਰਟ ਦੇ ਜੱਜ ਦੇ ਸਮਾਨ, ਜੱਜ ਦੇ ਬਰੋਬਰ ਸ਼ਕਤੀਆਂ ਨੇ। ਤਾਂ ਜਦੋਂ ਵੀ ਇਹਨਾਂ ਨੂੰ ਹਟਾਇਆ ਜਾਣਾ ਹੈ ਤਾਂ ਫਿਰ ਉਹੀ ਹੁੰਦਾ ਮਹਾਂਦੋਸ਼, ਇੰਪੀਚਮੈਂਟ ਜਿਹਨੂੰ ਆਪਾਂ ਅੰਗਰੇਜ਼ੀ ਚ ਕਹਿ ਦਿੰਦੇ ਹਾਂ, ਠੀਕ ਹੈ, ਜਿਹਦੇ ਜ਼ਰੀਏ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਯਾਨੀ ਦੋਵਾਂ ਦੇ ਵਿੱਚੋਂ ਕਿਸੇ ਇੱਕ ਸਦਨ ਦੇ ਵਿੱਚ ਫਿਰ ਇਹ ਮਤਾ ਲਿਆਉਂਦੇ ਆ। ਇਸ ਮਤੇ ਤੇ ਸਦਨ ਦੇ ਵਿੱਚ ਜਿਹੜੇ ਮੌਜੂਦ ਹੁੰਦੇ ਆ ਉਹ ਮੈਂਬਰ ਜਿਹੜੇ ਆ ਉਹ ਵੋਟਿੰਗ ਕਰਦੇ ਆ, ਤੇ 2/3 ਬਹੁਮਤ ਦੇ ਨਾਲ ਇਹਨੂੰ ਪਾਸਿੰਗ ਦੀ ਜ਼ਰੂਰਤ ਹੁੰਦੀ ਆ ਕਿ ਜੇ ਪਾਸ ਹੋ ਜਾਵੇ ਤੇ ਫਿਰ ਦੂਸਰੇ ਹਾਊਸ ਦੇ ਵਿੱਚ ਜਾਂਦਾ। ਜੇ ਉੱਥੋਂ ਵੀ 2/3 ਦੇ ਨਾਲ ਪਾਸ ਹੋ ਜਾਂਦਾ ਹੈ ਤਾਂ ਫਿਰ ਰਾਸ਼ਟਰਪਤੀ ਮੁੱਖ ਚੋਣ ਕਮਿਸ਼ਨ ਨੂੰ, ਜਾਂ ਕਹਿ ਲਓ ਕਿ ਮੁੱਖ ਚੋਣ ਕਮਿਸ਼ਨਰ ਨੂੰ ਕਹਿ ਲਓ, ਹਦਾਇਤ ਦਿੰਦਾ ਕਿ ਹਟ ਜਾਓ ਆਪਣੇ ਅਹੁਦੇ ਤੇ। ਤਾਂ ਵਿਹਾਰਕ ਤੌਰ ਤੇ ਜੇ ਮੈਂ ਵੇਖਾਂ ਤੇ ਐਸਾ ਸੰਭਵ ਤੇ ਨਹੀਂ ਲੱਗਦਾ, ਪਰ ਗੁਰਪ੍ਰੀਤ ਜੀ ਇਹ ਆਪਣੇ ਆਪ ਦੇ ਵਿੱਚ ਹੀ ਤੁਸੀਂ ਸਾਡੀਆਂ ਸੰਸਥਾਵਾਂ ਦਾ ਜਲੂਸ ਨਿਕਲਦਾ ਵੇਖੋ ਕਿ ਅੱਜ ਗਿਆਨੇਸ਼ ਕੁਮਾਰ ਦੇ ਖਿਲਾਫ ਆਪੋਜੀਸ਼ਨ ਇਸ ਕਦਰ ਮੁਖਰ ਹੋ ਗਈ ਆ, ਇਸ ਕਦਰ ਇਹਨਾਂ ਨੇ ਦੁਖੀ ਕਰ ਦਿੱਤਾ ਹੈ ਕਿ ਉਹ ਐਸਾ ਕਰ ਸਕਦੇ ਆ, ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ। ਤਾਂ ਕੁੱਲ ਮਿਲਾ ਕੇ ਆਪਾਂ ਦੇਖੀਏ ਚੋਣ ਕਮਿਸ਼ਨ ਦੀ ਪੂਰੀ ਬੈਂਡ ਵੱਜ ਰਹੀ ਆ। ਚੋਣ ਕਮਿਸ਼ਨ ਇਦਾਂ ਲੱਗਦਾ ਹੈ ਕਿ ਜਿਵੇਂ ਭਾਰਤੀ ਜਨਤਾ ਪਾਰਟੀ ਨੂੰ ਡਿਫੈਂਡ ਕਰ ਰਿਹਾ ਹੋਵੇ ਤੇ ਭਾਰਤੀ ਜਨਤਾ ਪਾਰਟੀ ਗਿਆਨੇਸ਼ ਕੁਮਾਰ ਨੂੰ ਡਿਫੈਂਡ ਕਰ ਰਹੀ ਹੋਵੇ। ਇਦੋਂ ਵੱਧ ਕੋਈ ਚੀਜ਼ ਚੰਗੀ ਜਾਂ ਕਹਿ ਲਓ ਕਿ ਕੋਈ ਸੁਖਦ ਸਾਨੂੰ ਨਜ਼ਰ ਨਹੀਂ ਆਉਂਦੀ। ਤਾਂ ਕੁੱਲ ਮਿਲਾ ਕੇ ਬੇਹੱਦ ਹੀ ਰੌਚਕ ਬਣ ਗਿਆ ਮਾਮਲਾ। ਤਾਂ ਯਾਨੀ ਇਹ ਵੋਟ ਚੋਰੀ ਦਾ ਜਿਹੜਾ ਤਥਾਕਥਿਤ ਮਾਮਲਾ ਹੈ ਉਹ ਹੁਣ ਤੁਸੀਂ ਦੇਖ ਲਓ ਕਿ ਇਸ ਕਦਰ ਹੈ ਕਿ ਬੈਠਕਾਂ ਹੋ ਰਹੀਆਂ ਨੇ, ਮੀਟਿੰਗਾਂ ਹੋ ਰਹੀਆਂ ਨੇ, ਅਤੇ ਸਭ ਤੋਂ ਵੱਡੀ ਗੱਲ ਕਿ ਹੁਣ ਇਹਨਾਂ ਦੀ ਬਾਜੀ ਹਰ ਬਾਜੀ ਹੈ ਨਾ ਪੁੱਠੀ ਪੈਂਦੀ ਆ। ਈਵੀਐਮ ਦਾ ਝੋਲ ਹੋ ਗਿਆ ਸੁਪਰੀਮ ਕੋਰਟ ਚ, ਮੁੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ ਹੈ, ਤਾਂ ਉਹ ਉੱਥੇ ਬਦਨਾਮ ਹੋ ਗਈ। ਵੋਟਰ ਸੂਚੀਆਂ 'ਚ ਹੁਣ ਬਿਹਾਰ ਵਾਲੀਆਂ ਵੋਟਰ ਸੂਚੀਆਂ 'ਚ ਸੁਪਰੀਮ ਕੋਰਟ ਨੇ ਚੂੜੀ ਕੱਸ ਦਿੱਤੀ, ਜਿਹਦੀ ਆਪਾਂ ਮੇਰੇ ਖਿਆਲ ਨਾਲ ਗੱਲ ਬੜੀ ਤਫਸੀਲ ਨਾਲ ਕੀਤੀ ਹੋਈ ਆ। ਤੇ ਉੱਤੋਂ ਇਹ ਕਹਿ ਲਓ ਕਿ ਹੁਣ ਗੱਠਜੋੜ ਜਿਹੜਾ ਹੈ ਉਹ ਹਾਵੀ ਹੋ ਗਿਆ। ਤੇ ਚੌਥੀ ਚੀਜ਼ ਜਿਹੜੀ ਆ ਕਿ ਬਿਹਾਰ ਦੇ ਐਨ ਇਲੈਕਸ਼ਨ ਦੇ ਮੌਕੇ ਤੇ ਜਿਸ ਤਰ੍ਹਾਂ ਇਹਨਾਂ ਦੇ ਇਸ ਨੈਰੇਟਿਵ ਨੂੰ, ਇੰਡੀਆ ਗੱਠਜੋੜ ਦੇ ਨੈਰੇਟਿਵ ਨੂੰ ਫਲ ਪੈ ਰਿਹਾ, ਬਹੁਤ ਖਤਰਨਾਕ ਨਤੀਜੇ ਵੀ ਹੋ ਸਕਦੇ ਆ ਭਾਜਪਾ ਵਾਸਤੇ ਇਹਨਾਂ ਚੀਜ਼ਾਂ ਦੇ। ਜੀ, ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦੇ ਵੱਲ ਵਧੀਏ ਤਾਂ ਸਰਪੰਚ ਨੂੰ ਐਂਟਰੀ ਨਾ ਦੇਣ ਦੇ ਮਾਮਲੇ ਦੇ ਵਿੱਚ ਭਾਜਪਾ ਨੇਤਾ ਨੇ ਸ਼ਿਕਾਇਤ ਦਿੱਤੀ ਹੈ। ਇਹ ਕੀ ਮਾਮਲਾ ਹੈ ਜੀ ਸਾਰਾ? ਦੇਖੋ 15 ਅਗਸਤ ਤੇ ਆਪਣੇ ਨਾਭੇ ਤੋਂ ਮਤਲਬ ਇੱਕ ਪਿੰਡ ਤੋਂ ਪੰਚਾਇਤ ਦੇ ਸਰਪੰਚ ਸਾਹਿਬ ਸਨ ਜਿਹੜੇ ਇਨਵਾਈਟਡ ਸਨ ਉੱਥੇ, ਜਿਨ੍ਹਾਂ ਦੇ ਕੋਲ ਪਾਸ ਸੀ ਬਕਾਇਦਾ, ਉਹਨਾਂ ਨੇ ਜਦੋਂ ਐਂਟਰੀ ਲੈਣੀ ਚਾਹੀ ਤੇ ਕਿਉਂਕਿ ਉਹਨਾਂ ਨੇ ਸ੍ਰੀ ਸਾਹਿਬ ਧਾਰਨ ਕੀਤਾ ਹੋਇਆ ਸੀ ਤਾਂ ਐਂਟਰੀ ਜਿਹੜੀ ਆ ਉਹਨਾਂ ਦੀ ਰੋਕ ਦਿੱਤੀ ਗਈ ਕਿਸੇ ਸੁਰੱਖਿਆ ਦਸਤੇ ਦੇ ਮੁਲਾਜ਼ਮ ਵੱਲੋਂ। ਉਸ ਤੋਂ ਬਾਅਦ ਜਿਵੇਂ ਹੀ ਇਹ ਗੱਲ ਪਬਲਿਕ ਡੋਮੇਨ ਚ ਆਈ ਤਾਂ ਨੈਸ਼ਨਲ ਮੀਡੀਆ ਤੱਕ ਇਸ ਦੀ ਚਰਚਾ ਕੀਤੀ ਗਈ ਕਿ ਭਾਈ ਇਹ ਬਹੁਤ ਗਲਤ ਹੈ। ਇਨਵਾਈਟਡ ਨੇ ਸਰਪੰਚ ਸਾਹਿਬ, ਸਾਡੇ ਗੁਰਸਿੱਖ ਸਰਪੰਚ ਸਾਹਿਬ ਸਾਨੂੰ ਰਿਪਰੈਜ਼ੈਂਟ ਕਰਨ ਗਏ ਨੇ, ਤਾਂ ਭਾਈ ਇਹ ਕੀ ਗੱਲ ਹੋਈ, ਇਹ ਕੀ ਹਰਕਤ ਹੋਈ। ਤਾਂ ਇਹਦਾ ਇੰਨਾ ਮਾਮਲਾ ਵਧਿਆ ਗੁਰਪ੍ਰੀਤ ਜੀ, ਤੁਸੀਂ ਆਪ ਦੇਖੋ ਰਾਸ਼ਟਰੀ ਸਿੱਖ ਸੰਗਤ ਹੁੰਦੀ ਸੀ ਅੱਗੇ RSS ਦੀ, ਮੁੜ ਕੇ ਉਹ ਸ਼ਾਖਾ ਬੰਦ ਕਰ ਦਿੱਤੀ ਆ। ਉਹਦੇ RP ਸਿੰਘ ਬੜੇ ਵੱਡੇ ਨੇਤਾ, ਤੁਸੀਂ ਵੇਖਿਆ ਹੋਣਾ ਉਹਨਾਂ ਨੂੰ ਅਕਸਰ ਟਵੀਟ ਵਗੈਰਾ ਕਰਦੇ ਰਹਿੰਦੇ ਨੇ ਉਹ। ਤੇ RP ਸਿੰਘ ਬਕਾਇਦਾ ਜਿਹੜੇ ਜੁਆਇੰਟ ਪੁਲਿਸ ਕਮਿਸ਼ਨਰ ਆ ਦਿੱਲੀ ਦੇ, ਉਹਨਾਂ ਪਾਸ ਚਲੇ ਗਏ ਸ਼ਿਕਾਇਤ ਦਰਜ ਕਰਨ।
ਜਿਸ ਵੇਲੇ ਸ਼ਿਕਾਇਤ ਦਰਜ ਕਰਵਾਈ ਤੇ ਦੱਸਦੇ ਆ ਕਿ ਉਹ ਸਰਪੰਚ ਸਾਹਿਬ ਦੇ ਨਾਲ ਗੱਲ ਕੀਤੀ ਬਕਾਇਦਾ ਸੀਪੀ ਨੇ। ਜੀ ਸੀਪੀ ਨੇ ਆਖਿਆ ਕਿ ਭਾਈ ਸਰਪੰਚ ਸਾਹਿਬ ਤੁਸੀਂ ਮੇਰੇ ਕੋਲ ਆਓ, ਦਿੱਲੀ ਆਓ ਤੇ ਮੇਰੇ ਕੋਲ ਚਾਹ ਦਾ ਕੱਪ ਪੀ ਕੇ ਜਾਣਾ। ਸਰਪੰਚ ਸਾਹਿਬ ਨੇ ਆਖਿਆ ਕਿ ਜ਼ਰੂਰ ਆਵਾਂਗੇ ਸਰ, ਪਹਿਲਾਂ ਤੁਸੀਂ ਕਾਰਵਾਈ ਕਰੋ। ਉਹਨਾਂ ਆਖਿਆ ਸਮਝੋ ਕਾਰਵਾਈ ਹੋ ਗਈ। ਇਹ ਜੀ ਪ੍ਰਗਟਾਵਾ ਖੁਦ ਆਰਪੀ ਸਿੰਘ ਨੇ ਕਿਹਾ। ਪਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਭਾਈ ਕੀ ਇਹਨਾਂ ਨੂੰ ਕਾਨੂੰਨ, ਕਿਉਂਕਿ ਆਪ ਹੀ ਤਾਂ ਮੰਨਦੇ ਨੇ ਨਾ ਆਰਪੀ ਸਿੰਘ ਕਿ ਸਾਡਾ ਜੀ ਸੰਵਿਧਾਨਕ ਹੱਕ ਹੈ ਸਿੱਖਾਂ ਦਾ। ਜੀ ਚਲੋ ਕੋਈ ਕਿਤੇ ਵੀ ਤੁਰਿਆ ਫਿਰੇ, ਕੋਈ ਭਾਜਪਾ ਚ ਹੈ, ਕੋਈ ਕਿਤੇ ਆ, ਕੋਈ ਕਿਤੇ ਆ, ਉਹਨੂੰ ਮੁਬਾਰਕ ਹੈ ਜੀ ਸਿਆਸੀ ਤਨਜ਼ੀਮ। ਪਰ ਜਦੋਂ ਜੀ ਉਹ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਕਿ ਸਾਡਾ ਇਹ ਹੱਕ ਆ, ਤਾਂ ਜਦੋਂ ਸਵਾਲ ਇਹ ਕੀਤਾ ਜਾਂਦਾ ਆ ਕਿ ਕੀ ਫਿਰ ਇਸ ਤਰ੍ਹਾਂ ਦੇ ਜਿਹੜੇ ਬੁਨਿਆਦੀ ਹੱਕ ਨੇ, ਕੀ ਸੁਰੱਖਿਆ ਦਸਤੇ ਵਾਲਿਆਂ ਨੂੰ ਵੀ ਇਹਨਾਂ ਚੀਜ਼ਾਂ ਤਾਂ ਨਹੀਂ ਪਤਾ? ਉਹ ਕਹਿੰਦੇ ਵੀ ਹੋ ਸਕਦਾ ਕਿ ਉਹਨੇ ਅਣਜਾਣੇ ਚ ਅਜਿਹਾ ਕਰ ਦਿੱਤਾ ਹੋਵੇ। ਮੇਰੇ ਹਿਸਾਬ ਨਾਲ ਦੇਖੋ, ਜੇ ਉਸ ਬੰਦੇ ਨੇ ਅਣਜਾਣੇ ਚ ਵੀ ਕੀਤਾ ਤਾਂ ਉਹਦੇ ਤੇ ਮਹਿਕਮੇ ਦੀ ਕਾਰਵਾਈ ਤੇ ਘੱਟੋ ਘੱਟ ਬਣਦੀ ਹੈ। ਜੀ ਕਿਉਂਕਿ ਦੇਖੋ, ਜਿਸ ਮੁਲਾਜ਼ਮ ਨੂੰ ਕਿਸੇ ਦੇ ਬੁਨਿਆਦੀ ਅਧਿਕਾਰਾਂ ਦਾ ਹੀ ਨਹੀਂ ਪਤਾ, ਜਾਂ ਜੀ ਧਾਰਮਿਕ ਜੋ ਉਹਦੀ ਆਜ਼ਾਦੀ ਹੈ ਉਹਦਾ ਹੀ ਨਹੀਂ ਪਤਾ, ਤੇ ਫਿਰ ਉਹਨੂੰ ਇਸ ਤਰ੍ਹਾਂ ਦੇ ਖਾਸ ਮੌਕਿਆਂ ਤੇ ਖਾਸ ਡਿਊਟੀ ਤੇ ਨਹੀਂ ਲਾਉਣਾ ਚਾਹੀਦਾ। ਮੇਰਾ ਮੰਨਣਾ ਹੈ ਇਹ ਸਬਕ ਦੂਜਿਆਂ ਨੂੰ ਜੀ ਵੀ ਦੇਣਾ ਚਾਹੀਦਾ ਕਿ ਲਾਲ ਕਿਲ੍ਹਾ ਜਾਂ ਕੋਈ ਇਸ ਤਰ੍ਹਾਂ ਦਾ ਸੰਮੇਲਨ ਹੋ ਰਿਹਾ ਜਿੱਥੇ ਸਾਰੇ ਧਰਮਾਂ ਦੇ ਲੋਕ ਆਉਂਦੇ ਆ, ਤਾਂ ਉੱਥੇ ਜਿਹੜੇ ਤਲਾਸ਼ੀ ਤੇ ਜਾਂ ਐਂਟਰੀ ਤੇ ਜਿਹੜੇ ਮੁਲਾਜ਼ਮ ਹੁੰਦੇ ਨੇ, ਉਹਨਾਂ ਨੂੰ ਸਾਰੀ ਜਾਣਕਾਰੀ ਹੋਣੀ ਚਾਹੀਦੀ ਆ ਕਿ ਅਸੀਂ ਕੀ ਅੰਦਰ ਭੇਜ ਸਕਦੇ ਹਾਂ, ਕੀ ਰੋਕਣਾ ਹੈ। ਤੇ ਮੇਰੇ ਖਿਆਲ ਦੇ ਨਾਲ ਚਲੋ ਇਹ ਗੱਲ ਤੇ ਚੰਗੀ ਕੀਤੀ ਆਰਪੀ ਸਿੰਘ ਹੋਰਾਂ ਨੇ ਕਿ ਸ਼ਿਕਾਇਤ ਦਰਜ ਕਰਵਾਈ ਆ। ਐਸਜੀਪੀਸੀ ਵਾਲਿਆਂ ਨੇ ਵੀ ਸਵਾਗਤ ਕੀਤਾ ਕਿ ਚਲੋ ਭਾਈ ਅਸੀਂ ਤੁਹਾਡੇ ਇਸ ਕਦਮ ਦੀ ਸ਼ਲਾਘਾ ਕਰਨੇ ਆ। ਪਰ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਤੇ ਸ਼ਿਕਾਇਤ ਇੱਕ ਰੁਕਾ ਹੀ ਆ, ਇੱਕ ਪੱਤਰ ਹੀ ਆ। ਤੁਸੀਂ ਸ਼ਿਕਾਇਤ ਦਾ ਅੱਗੇ ਅਮਲ ਕਰਵਾਓ, ਫਿਰ ਅਸੀਂ ਇਹ ਤੋਂ ਵੀ ਜ਼ਿਆਦਾ ਖੁਸ਼ ਹੋਵਾਂਗੇ। ਕਈ ਸਿੱਖ ਵਿਦਵਾਨ ਇਹਦੀ ਸ਼ਲਾਘਾ ਕਰ ਰਹੇ ਕਿ ਚਲੋ ਠੀਕ ਆ, ਘੱਟੋ ਘੱਟ ਭਾਰਤੀ ਜਨਤਾ ਪਾਰਟੀ 'ਚ ਮੌਜੂਦ ਕਿਸੇ ਸਿੱਖ ਆਗੂ ਨੇ ਕੋਈ ਐਕਸ਼ਨ ਤੇ ਲਿਆ, ਪਰ ਉਸ ਐਕਸ਼ਨ ਨੂੰ ਹੁਣ ਮੁਕਾਮ ਤੇ ਲਿਜਾਣਾ ਤੇ ਉਹਨਾਂ ਤੇ ਵਾਸੀ ਆ। ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਗੱਲ ਕਰ ਲੈਂਦੇ ਆ ਪੰਜਾਬ ਦੇ ਮੰਤਰੀ ਮੰਡਲ ਦੀ। ਹਰਭਜਨ ਸਿੰਘ ਈਟੀਓ ਹੋਣਾ ਦਾ ਕਰੰਟ ਖਤਮ ਕਰ ਦਿੱਤਾ ਗਿਆ ਹੈ ਤੇ ਉਹ ਕਰੰਟ ਹੁਣ ਦੇ ਦਿੱਤਾ ਗਿਆ ਹੈ, ਤਾਰਾਂ ਹੱਥ 'ਚ ਦੇ ਦਿੱਤੀਆਂ ਕਿ ਕਹਿੰਦੇ ਅਰੋੜਾ ਸਾਹਿਬ ਦੇ। ਇਹ ਫੇਰ ਬਦਲ ਅਚਾਨਕ ਹੈ ਜਾਂ ਲੰਬੇ ਸਮੇਂ ਤੋਂ ਪਲੈਨਿੰਗ ਕਰਕੇ ਕੀਤਾ ਗਿਆ ਜੀ? ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਜੀ, ਈਟੀਓ ਸਾਹਿਬ ਦੀ ਪਰਫਾਰਮੈਂਸ ਪਹਿਲਾਂ ਹੀ ਸਵਾਲਾਂ ਦੇ ਘੇਰੇ 'ਚ ਸੀ। ਮੇਰਾ ਆਪਣਾ ਵਿਅਕਤੀਗਤ ਨਜ਼ਰੀਆ ਹੈ ਕਿ ਜਿਵੇਂ ਤੁਸੀਂ ਦੇਖਿਆ ਕਿ ਮਾਝੇ ਦੇ ਵਿੱਚੋਂ ਇਹਨਾਂ ਨੇ ਇੱਕ ਮੰਤਰੀ ਘਟਾਇਆ। ਤੁਹਾਨੂੰ ਯਾਦ ਹੋਣਾ, ਮੈਂ ਬਹੁਤ ਪਹਿਲਾਂ ਵੀ ਜਦੋਂ ਰੀਸ਼ਫਲਿੰਗ ਦੀ ਗੱਲ ਚੱਲੀ ਸੀ ਤੇ ਤੁਹਾਨੂੰ ਕਿਹਾ ਸੀਗਾ ਕਿ ਸ਼ਾਇਦ ਮਾਝੇ ਚੋਂ ਇੱਕ ਮੰਤਰੀ ਘੱਟ ਕੀਤਾ ਜਾ ਸਕਦਾ ਹੈ। ਯਾਨੀ ਜੇ ਆਪਾਂ ਦੇਖੀਏ ਲਾਲਜੀਤ ਭੁੱਲਰ, ਕਟਾਰੂ ਚੱਕ, ਧਾਲੀਵਾਲ ਸਾਹਿਬ ਤੇ ਇਹ ਚੌਥੇ ਈਟੀਓ ਸਾਹਿਬ ਹੋ ਗਏ, ਇਹ ਚਾਰ ਸੀਗੇ ਕਿ ਪਰਫਾਰਮੈਂਸ ਦੇ ਆਧਾਰ ਤੇ ਮੇਰਾ ਇਹ ਮੰਨਣਾ ਸੀਗਾ ਕਿ ਰੀਸ਼ਫਲਿੰਗ ਦੇ ਵਿੱਚ ਮਾਝੇ ਦਾ ਇੱਕ ਪਤਾ ਕੱਟਿਆ ਜਾ ਸਕਦਾ। ਤੇ ਫਿਰ ਅਖੀਰ ਤੁਸੀਂ ਦੇਖਿਆ ਹੀ ਹੋਣਾ ਕਿ ਧਾਲੀਵਾਲ ਸਾਹਿਬ ਜਿਹੜੇ ਆ ਉਹ ਬਿਲਕੁਲ ਕਹਿ ਲਓ ਗੇਰ ਕੱਢਦੇ ਸੀ ਉਹਨਾਂ ਦੇ। ਠੀਕ ਹੈ ਨਾ ਜੀ। ਤਾਂ ਮਤਲਬ ਫਿਰ ਈਟੀਓ ਸਾਹਿਬ ਜਿਹੜੇ ਰਹਿ ਗਏ ਬਚ ਜ਼ਰੂਰ ਗਏ ਸਨ, ਪਰ ਇਹਨਾਂ ਦੇ ਕੋਲ ਜਿਹੜਾ ਡਿਪਾਰਟਮੈਂਟ ਸੀ ਮੇਨਲੀ ਉਹ ਸੀ ਬਿਜਲੀ ਵਾਲਾ ਜੀ। ਦੂਜਾ ਇਹਨਾਂ ਦੇ ਕੋਲ ਲੋਕ ਨਿਰਮਾਣ ਆ, ਉਹ ਵੀ ਠੀਕ ਆ, ਪਰ ਬਿਜਲੀ ਮਹਿਕਮੇ ਦੀ ਜ਼ਿਆਦਾ ਪੁੱਛਗਿੱਛ ਆ ਕਿਉਂਕਿ ਬਿਜਲੀ ਮੰਤਰੀ ਆ ਜਿਹੜਾ, ਤੁਹਾਨੂੰ ਪਤਾ ਉਹ ਕਿਸਾਨਾਂ ਨਾਲ ਵੀ ਜੁੜਦਾ, ਉਹ ਘਰੇਲੂ ਖਪਤਕਾਰ ਨਾਲ ਵੀ ਜੁੜਦਾ ਹੈ। ਉਹਦਾ ਪ੍ਰਦਰਸ਼ਨ ਜਿਹੜਾ ਸਰਕਾਰ ਦਾ ਹੀ ਨਹੀਂ, ਉਹਦਾ ਨਿੱਜੀ ਤੌਰ ਤੇ ਵੀ ਕਹਿ ਲਓ ਕਿ ਅਕਸ ਬੜਾ ਬੁਲੰਦ ਕਰ ਦਿੰਦਾ ਹੈ। ਹਾਲਾਂਕਿ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਵਾਂ, ਜੇ ਤੁਸੀਂ ਤਾਕਤਾਂ ਪੜੋਗੇ ਵਿਧਾਨਕ ਤੌਰ ਤੇ ਜਿਹੜਾ ਮੰਤਰੀ ਹੁੰਦਾ ਨਾ, ਬਿਜਲੀ ਦਾ ਮੰਤਰੀ ਹੁੰਦਾ, ਇਹਦੇ ਨਾਲੋਂ ਜਿਹੜੇ ਪਾਵਰਕਾਮ ਦੇ, ਕਿਉਂਕਿ ਪਾਵਰਕਾਮ ਦਾ ਐਕਟ ਆਪਣਾ ਅਲੱਗ ਹੈ ਨਾ ਜੀ, ਤਾਂ ਜੇ ਤੁਸੀਂ ਉਹ ਵੇਖੋਗੇ ਤੇ ਜਿਹੜਾ ਉਹਨਾਂ ਦੇ ਚੇਅਰਮੈਨ ਹੁੰਦੇ, ਸੀਐਮਡੀ ਵੀ ਸ਼ਾਇਦ ਕਹਿ ਦਿੰਦੇ ਆ, ਚੇਅਰਮੈਨ ਕਮ ਸੀਐਮਡੀ, ਉਹਦੀ ਜ਼ਿਆਦਾ ਵਕਤ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਨੇ ਮੰਤਰਾਲਾ ਕਿਉਂ ਨਹੀਂ ਸੀ ਲਿਆ? ਯਾਦ ਹੈ ਤੁਹਾਨੂੰ, ਜਦੋਂ ਟਕਰਾਅ ਹੋ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਬਿਜਲੀ ਮੰਤਰਾਲਾ ਸਿੱਧੂ ਸਾਹਿਬ ਸੰਭਾਲਦਾ, ਤਾਂ ਸਿੱਧੂ ਨੇ ਨਹੀਂ ਸੀ ਸੰਭਾਲਿਆ। ਉਹਦਾ ਕਾਰਨ ਇਹ ਸੀ ਕਿਉਂਕਿ ਜਿਹੜੇ ਚੇਅਰਮੈਨ ਸਾਹਿਬ ਸੀ ਉਹ ਤੇ ਕਹਿ ਲਓ ਕਿ ਕੈਪਟਨ ਅਮਰਿੰਦਰ ਸਿੰਘ ਦੇ ਲਾਏ ਗਏ।
जी ਤਾਂ ਉਹ ਸਿੱਧੂ ਸਾਹਿਬ ਤੋਂ ਪਾਵਰਫੁਲ ਹੋਣੇ ਸੀ। जी ਇਸ ਵਾਸਤੇ ਇੱਥੇ ਬਿਜਲੀ ਮੰਤਰੀ ਦਾ ਯਾਨੀ ਟੌਰ ਟੱਪਾ ਜ਼ਿਆਦਾ ਹੁੰਦਾ, ਉਹਦੀ ਰੀਚ ਜਿਹੜੀ ਆ ਜਨਤਾ ਦੇ ਵਿੱਚ ਵਧੇਰੇ ਹੁੰਦੀ ਆ। ਪਰ ਜੇ ਮੈਂ ਤੁਹਾਨੂੰ ਦੱਸਾਂ ਤਾਕਤਾਂ ਦੇ ਲਿਹਾਜ਼ ਨਾਲ, ਸ਼ਕਤੀਆਂ ਦੇ ਲਿਹਾਜ਼ ਨਾਲ, ਕਿ ਇੱਥੇ ਥੋੜਾ ਜਿਹਾ ਮਾਮਲਾ ਉਲਟ ਹੋ ਜਾਂਦਾ ਹੈ ਕਿ ਚੇਅਰਮੈਨ ਬਹੁਤ ਵੱਡੀ ਤਾਕਤ ਹੋ ਜਾਂਦਾ ਹੈ ਮੰਤਰੀ ਸਾਹਿਬ ਦੇ ਬਰੋਬਰ ਹੀ ਲੱਗਦਾ। ਤੋ ਇਸ ਕਰਕੇ ਇਹ ਹੁਣ ਜਿਹੜਾ ਮੰਤਰਾਲਾ ਹੈ ਉਹ जी ਇਹਨਾਂ ਤੋਂ ਲੈ ਲਿਆ ਗਿਆ। ਪਰ ਇੰਟਰਸਟਿੰਗ ਹੈ ਕਿ ਉਹ ਲੈ ਕੇ ਦਿੱਤਾ ਕਿਹਨੂੰ ਗਿਆ? ਅਰੋੜਾ जी ਸਾਹਿਬ ਨੂੰ। हम्म ਹੁਣ ਤੁਸੀਂ ਅਰੋੜਾ ਸਾਹਿਬ ਦੇ ਜੇ ਮੰਤਰਾਲਿਆਂ ਤੇ ਝਾਤਖੋਰੀ ਕਰੋਗੇ ਤਾਂ ਬੜਾ ਦਿਲਚਸਪ ਮਾਮਲਾ ਹੈ ਕਿ जी ਉਹਨਾਂ ਦੇ ਕੋਲ ਇੰਡਸਟਰੀ ਚਲਾ ਗਿਆ, ਇੰਡਸਟਰੀ जी ਤੇ ਪਲੱਸ ਆਪਾਂ ਕਹਿ ਲਈਏ ਕਿ ਵਪਾਰ, जी ਉਦਯੋਗ ਤੇ ਵਪਾਰ ਹੋ ਗਏ ਦੋਨੀ। ਫਿਰ ਜੇ ਤੁਸੀਂ ਵੇਖੋਗੇ ਤੇ ਇਨਵੈਸਟਮੈਂਟ ਵਾਲਾ ਆ ਗਿਆ, जी ਇਹ ਵੀ ਉਹਨਾਂ ਦੇ ਕੰਮ ਕਿੱਤੇ ਦੇ ਨਾਲ ਹੀ ਜੁੜਦਾ ਵਾ। जी ਫਿਰ ਅੱਗੇ ਜਾ ਕੇ ਵੇਖੋਗੇ ਤਾਂ NRI ਮੰਤਰਾਲਾ ਆ ਗਿਆ, जी ਇਹ ਵੀ ਬੜਾ ਇੰਟਰਸਟਿੰਗ ਹੈ ਨਾ। ਤਾਂ हम्म ਚੌਥਾ ਹੁਣ ਉਹਨਾਂ ਦੇ ਕੋਲ ਚਲੇ ਗਿਆ ਬਿਜਲੀ ਮਹਿਕਮਾ, जी ਯਾਨੀ ਅਰੋੜਾ ਸਾਹਿਬ ਬੇਹੱਦ ਤਾਕਤਵਰ ਮੰਤਰੀ ਬਣ ਗਿਆ। ਤੁਹਾਡੇ ਭਗਤ ਜੀ ਵੇਖ ਲਓ, ਉਹ ਰਹਿ ਗਏ, जी ਅਸੀਂ ਰਹਿ ਗਏ ਭਾ ਪੁੱਛਦੇ ਮੌਜਾਂ ਲੁੱਟ ਕੇ ਮਰਬਿਆਂ ਵਾਲੇ। ਮਤਲਬ जी ਕਿ ਉਹਨਾਂ ਦੀ ਜੇ ਤੁਸੀਂ ਵੇਖੋਗੇ, ਚੈੱਕ ਕਰੋਗੇ ਪ੍ਰੋਫਾਈਲ, ਤਾਂ ਮੇਰੇ जी ਖਿਆਲ ਦੇ ਨਾਲ ਤੁਹਾਨੂੰ ਮੰਤਰਾਲਾ ਲੱਭਣਾ ਪੈਣਾ ਐਨਕਾਂ ਲਾ ਕੇ ਵੀ ਭਗਤ ਜੀ ਦੇ हम्म ਕੋਲ ਮੰਤਰਾਲਾ ਹੈ ਕਾਹਦਾ ਹੈ। ਸੋ जी ਅਰੋੜਾ ਸਾਹਿਬ ਜਿਹੜੇ ਆ ਨਾ, ਅਰੋੜਾ ਸਾਹਿਬ ਆਪ ਦਾ ਪੂਰਾ ਆਨੰਦ ਲੈ ਰਹੇ ਨੇ, ਨਜ਼ਾਰੇ ਲੈ ਰਹੇ ਨੇ, ਕਿਉਂਕਿ ਕੇਜਰੀਵਾਲ ਉਹਨਾਂ ਤੇ ਮਿਹਰਬਾਨ ਨੇ। ਰਾਜ ਸਭਾ ਦੀ ਉਹਨਾਂ ਨੇ ਸੀਟ ਛੱਡੀ, ਉੱਤੇ ਬਾਅਦ ਫਿਰ ਇਹਨਾਂ ਨੇ ਮਤਲਬ ਕਿ ਭਾਈ ਇਲੈਕਸ਼ਨ ਜਿੱਤਿਆ, ਮੰਤਰੀ जी ਮੰਡਲ ਦੇ ਵਿੱਚ ਇਹਨਾਂ ਨੂੰ ਜਗ੍ਹਾ ਦਿੱਤੀ ਗਈ। ਤਾਂ ਇਸ ਕਰਕੇ ਹੁਣ ਆਪਾਂ ਜੇ ਵੇਖਿਆ ਤੇ ਉਹ ਇਹੋ ਆ ਕਿ ETO ਸਾਹਿਬ ਦੇ ਰਾਜ ਦੇ ਵਿੱਚ ਜੋ ਬਿਜਲੀ ਕੱਟ ਸੀ, ਉਹਨਾਂ ਨੇ ਇਹਨਾਂ जी ਦੀ ਪੋਜੀਸ਼ਨ ਬੇਹੱਦ ਕਮਜ਼ੋਰ ਕੀਤੀ। ਤੁਸੀਂ ਦੇਖੋ ਐਤਕੀ ਵੀ ਬਿਜਲੀ ਕੱਟ ਬਹੁਤ ਲੱਗੇ, ਹਾਲਾਂਕਿ ਐਤਕੀ ਇਹਨਾਂ ਦੀ ਇੱਜ਼ਤ ਇਸ ਗੱਲੋਂ ਬਚ ਗਈ ਗੁਰਪ੍ਰੀਤ ਜੀ ਕਿ जी ਐਤਕੀ ਮੌਨਸੂਨ ਬੜਾ ਵਧੀਆ ਹੋ ਗਿਆ ਸ਼ੁਰੂ 'ਚ ਹੀ, हम्म ਮਤਲਬ ਕਿ ਕੰਮ ਅਗੇਤਾ ਹੀ ਚੱਲ ਪਿਆ। ਤੇ ਤੁਹਾਨੂੰ ਪਤਾ ਹਾਲੇ ਤੱਕ ਵੀ ਤੁਹਾਡੇ ਇੱਧਰ ਕਿਵੇਂ ਮੌਨਸੂਨ ਚੱਲ ਰਿਹਾ ਕੁਝ ਜ਼ਿਲ੍ਹਿਆਂ ਦੇ ਵਿੱਚ, ਤੇ ਮੇਰੇ ਖਿਆਲ ਦੇ ਨਾਲ ਮੌਨਸੂਨ ਨੇ ਸਿਲਸਿਲਾ ਟੁੱਟਣ ਹੀ ਨਹੀਂ ਦਿੱਤਾ। ਤੇ ਉਹਦੇ ਨਾਲ जी ਕੀ ਆ ਕਿ ਬਿਜਲੀ ਮੰਤਰਾਲੇ ਨੂੰ ਜਾਂ ਬਿਜਲੀ ਮਹਿਕਮੇ ਨੂੰ ਕਹਿ ਲਓ ਬਹੁਤ ਵੱਡੀ ਰਾਹਤ ਮਿਲ ਗਈ। ਅਦਰਵਾਈਜ਼ ETO ਸਾਹਿਬ ਦਾ ਤੇ ਜਲੂਸ ਮੇਰੇ ਖਿਆਲ ਦੇ ਨਾਲ ਪਹਿਲੇ ਨਿਕਲ ਜਾਣਾ ਸੀਗਾ। ਸੋ ਇਸ ਕਰਕੇ हम्म ਇਹ ਜੋ ਬਦਲਾਅ ਕੀਤਾ ਗਿਆ ਅਰੋੜਾ ਸਾਹਿਬ ਦੇ ਮੱਦੇ ਨਜ਼ਰ ਤੇ ਪਰਫਾਰਮੈਂਸ ਦੇ ਆਧਾਰ ਤੇ, ਅਰੋੜਾ ਜੀ ਬਹੁਤ ਤਾਕਤਵਰ ਬਣਾ ਦਿੱਤੇ ਗਏ ਆ। ਔਰ ਇਹ ਮੇਰੇ ਖਿਆਲ ਦੇ ਨਾਲ ਉਹਨਾਂ ਤੇ ਇਨਾਮਾਂ ਦੀ ਬਾਰਿਸ਼ ਹੋ ਰਹੀ ਆ ਕਿ ਉਹਨਾਂ ਨੂੰ ਆਹ ਵੀ ਦਿੱਤਾ ਜਾ ਰਿਹਾ, ਉਹਨਾਂ ਨੂੰ ਆਹ ਵੀ ਦਿੱਤਾ ਜਾ ਰਿਹਾ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੁਣ ਇੰਡਸਟਰੀ ਵੀ ਵੇਖਣਗੇ ਤੇ ਨਾਲ ਬਿਜਲੀ ਮਹਿਕਮੇ ਵਾਲਾ ਵੀ ਕੰਮ ਦੇ ਦਿੱਤਾ ਹੈ। ਪਰ ਕਿਤੇ ਨਾ ਕਿਤੇ ਕਿਉਂਕਿ ਬਿਜਲੀ ਮਹਿਕਮਾ ਜਿਹੜਾ ਹੈ ਉਹ ਖੇਤੀ ਸੈਕਟਰ ਦੇ ਵਿੱਚ ਵੀ ਬੜੀ ਇੱਕ ਭੂਮਿਕਾ ਅਦਾ ਕਰਦਾ ਹੈ, ਤੇ जी ਵਪਾਰੀ ਵਰਗ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਬਿਜਲੀ ਜਿਹੜੀ ਆ ਉਹ ਅਹਿਮ ਥਾਂ ਰੱਖਦੀ ਆ। ਤਾਂ ਹੁਣ जी ਇਸ ਚੀਜ਼ ਨੂੰ ਬੈਲੈਂਸ ਕਿਵੇਂ ਕਰਨਗੇ, ਇਹ ਇੱਕ ਵੱਡਾ ਸਵਾਲ ਰਹੇਗਾ। ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਅਕਾਲੀ ਦੋ ਧੜੇ ਜਿਹੜੇ ਹੋ ਚੁੱਕੇ ਨੇ ਉਹਨਾਂ ਦੀ ਗੱਲ ਕਰਦੇ ਹਾਂ। ਵੈਸੇ ਤਾਂ ਅਕਾਲੀ ਦਲ ਦੇ ਨਾਮ ਤੇ ਬਹੁਤ ਸਾਰੀਆਂ ਪਾਰਟੀਆਂ ਨੇ, ਪਰ ਜਦੋਂ 11 ਤਰੀਕ ਨੂੰ ਪ੍ਰਧਾਨ ਦੀ ਚੋਣ ਕਰ ਲਈ ਜਾਂਦੀ ਹੈ ਭਰਤੀ ਵਾਲੀ ਧਿਰ ਦੇ ਵੱਲੋਂ, ਉਸ ਤੋਂ ਬਾਅਦ ਲਗਾਤਾਰ ਮਾਮਲਾ ਭਖਦਾ ਜਾ ਰਿਹਾ ਹੈ। ਕੋਈ ਵੀ ਸਟੇਜ ਅਜਿਹੀ ਨਹੀਂ ਹੈ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਾ ਧੜਾ ਹਮਲਾ ਨਹੀਂ ਕਰਦਾ, ਸ਼ਬਦੀ ਹਮਲੇ ਨਹੀਂ ਕਰਦਾ ਇਸ ਭਰਤੀ ਵਾਲੀ ਧਿਰ ਤੇ, ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਉੱਪਰ। ਸੋ ਇਹ ਲੜਾਈ ਹੁਣ ਭਖਦੀ ਜਾਊਗੀ ਜਾਂ ਇਸ ਤੇ ਕੋਈ ਬ੍ਰੇਕ ਲੱਗੂਗੀ ਜੀ? ਦੇਖੋ ਇਹ ਲੜਾਈ ਆਪਾਂ ਚਾਹੁੰਦੇ ਆ, ਔਰ ਉਸ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਅੱਜ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਬੋਲ ਰਹੇ ਸਨ, ਤੇ ਉਹ ਕਹਿ ਰਹੇ ਜੀ ਸੀਗੇ ਕਿ ਅਸੀਂ ਕਮੇਟੀ ਚੋਣਾਂ ਲੜਾਂਗੇ। ਹੁਣ ਕੀ ਉਹ ਹੂੰ ਕਿਸੇ ਧਿਰ ਦੇ ਨਾਲ ਅਲਾਈਡ ਹੋ ਕੇ ਲੜਨਗੇ ਜਾਂ ਇਕੱਲੇ ਲੜਨਗੇ, ਇਹਦੀ ਹਾਲੇ ਸਪਸ਼ਟਤਾ ਨਹੀਂ ਹੈ। ਮੇਰੇ ਜੀ ਖਿਆਲ ਦੇ ਨਾਲ ਮੈਂ ਤੇ ਸੁਣਿਆ ਨਹੀਂ ਉਸ ਬਿਆਨ ਦੇ ਵਿੱਚ ਉਹਨਾਂ ਨੇ ਇਹੀਓ ਕਿਹਾ ਕਿ ਦੇਰ ਸਵੇਰ ਜਦੋਂ ਵੀ ਇਲੈਕਸ਼ਨ ਹੋਏਗਾ ਅਸੀਂ ਲੜਾਂਗੇ। ਜੀ ਅੱਛਾ, ਹੁਣ ਇਹਨੂੰ ਹੀ ਆਪਾਂ ਅੱਗੇ ਵਧਾ ਲਈਏ। ਦਰਅਸਲ ਕੀ ਹੈ ਕਿ ਲੜਾਈ ਹੁਣ ਕੱਲੀ ਸ਼ਬਦੀ ਨਹੀਂ ਰਹਿ ਗਈ। ਜੀ ਜੋ ਬਾਦਲ ਧੜਾ ਹੈ ਉਹਨਾਂ ਦਾ IT ਵਿੰਗ ਬੜੇ ਤਾਬੜਤੋੜ ਹਮਲੇ ਕਰ ਰਿਹਾ ਹੈ। ਇੱਥੋਂ ਜੀ ਤੱਕ
ਕਿ ਕੁਝ ਬੋਲ ਕਬੋਲ ਵੀ ਗਿਆਨੀ ਹਰਪ੍ਰੀਤ ਸਿੰਘ ਬਾਰੇ ਨੇਤਾਵਾਂ ਨੇ ਬੋਲੇ, ਤੁਹਾਨੂੰ ਪਤਾ ਹੈ। ਮੇਰੇ ਖਿਆਲ ਨਾਲ ਇਹ ਜਿਹੜੇ ਬੋਲ ਕਬੋਲ ਆ, ਇਹ ਹੋਰ ਵੀ ਨੁਕਸਾਨ ਕਰ ਸਕਦੇ ਆ। ਟ੍ਰੋਲਿੰਗ ਹੋਰ ਵੀ ਨੁਕਸਾਨ ਕਰ ਸਕਦੀ ਆ। ਹੁਣ ਪਤਾ ਨਹੀਂ ਮੈਨੂੰ ਕੌਣ ਕਰਦਾ ਕੌਣ ਨਹੀਂ ਕਰਦਾ, ਪਰ ਉਹ ਬੜਾ ਸਟ੍ਰੈਟਜੀਕਲੀ ਖੇਡ ਰਹੇ ਨੇ ਮਲਪ੍ਰੀਤ ਜੀ। ਜੇ ਤੁਸੀਂ ਉਹਨਾਂ ਦੇ ਵੱਡੇ ਨੇਤਾਵਾਂ ਦੇ ਨਾਲ ਗੱਲਬਾਤ ਕਰੋਗੇ, ਜਿਵੇਂ ਪੰਜਾਬੀ ਚਾਹੁੰਦੇ ਹੁੰਦੇ ਆ ਨਾ, ਫਲਾਣੇ ਦਾ ਮੂੰਹ ਸੁੰਘਿਆ ਮੈਂ। ਮੂੰਹ ਸੁੰਘਣ ਦਾ ਮਤਲਬ ਇਹ ਹੁੰਦਾ ਕਿ ਬਈ ਉਹਦੇ ਢਿੱਡ ਦੀ ਗੱਲ ਜਿਹੜੀ ਆ ਉਹ ਫੋਲ ਕੇ ਪੁੱਛਣੀ ਵੀ ਕੀ ਤੁਹਾਡੇ ਅੰਦਰ ਚੱਲਦਾ। ਜਦੋਂ ਤੁਸੀਂ ਮਤਲਬ ਕਿ ਉਹਨਾਂ ਦਾ ਮੂੰਹ ਸੁੰਘੋਗੇ ਤੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋ ਜਾਂਦਾ ਹੈ ਕਿ ਇਹਨਾਂ ਨੇ ਬੜਾ ਰਣਨੀਤਿਕ ਪੈਂਤੜਾ ਮੱਲਿਆ। ਯਾਨੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਆ, ਅੱਜ ਤੁਸੀਂ ਵੇਖੋ ਕਿ ਉਹ ਡਾਕਟਰ ਰਤਨ ਸਿੰਘ ਅਜਨਾਲਾ ਦੇ ਘਰ ਚਲੇ ਗਏ ਜੀ, ਜਿਹੜੇ ਕਿ ਪਹਿਲੇ ਮਜੀਠੀਆ ਪੀੜਤ ਫੈਮਿਲੀ। ਜੀ ਜੀ, ਉਹਨਾਂ ਦੇ ਘਰੇ ਜਾਣ ਦਾ ਮਤਲਬ ਹਿਸਾਬ ਕਿਤਾਬ ਤੁਸੀਂ ਲਾ ਹੀ ਲਓ ਕਿ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਤੇ ਕੁਝ ਨੇਤਾ ਜਿਹੜੇ ਆ ਨਾ, ਉਹ ਇਸ ਤਰ੍ਹਾਂ ਮਤਲਬ ਕਿ ਬੰਦੇ ਜਿਹੜੇ ਨਾਲ ਗੰਢ ਰਹੇ ਆ। ਦੂਜੇ ਪਾਸੇ ਇਹਨਾਂ ਦੇ ਨਾਲ ਹੈਗੇ ਜਸਟਿਸ ਨਿਰਮਲ ਸਿੰਘ ਜੀ। ਨਿਰਮਲ ਸਿੰਘ ਕਾਨੂੰਨੀ ਦਾ ਪੇਚਾਂ ਦੇ ਮਾਹਰ ਨੇ। ਹੁਣ ਜਿੰਨੀ ਕੋ ਮੈਨੂੰ ਇਹਨਾਂ ਦੀ ਭਾਸ਼ਾ ਸਮਝ ਲੱਗਦੀ ਆ ਕਿ ਦਰਅਸਲ ਇਹ ਇੱਕ ਕਾਨੂੰਨੀ ਲੜਾਈ ਛੇੜ ਸਕਦੇ ਆ। ਉਹ ਕੀ ਆ ਕਿ ਇਹਨਾਂ ਦੀ ਇੱਕ ਪਟੀਸ਼ਨ ਪਈ ਆ ਸਟੇ ਦੀ ਇਲੈਕਸ਼ਨ ਦੀ ਹਾਈ ਕੋਰਟ ਜੀ। ਉਹਨਾਂ ਨੂੰ ਕੁੰਡੀ ਦਾ ਪਤਾ ਹੈ। ਭਰਤੀ ਕਮੇਟੀ ਵੀ ਨਹੀਂ ਆਪਾਂ ਕਹਿੰਦੇ, ਹੁਣ ਇਹਨਾਂ ਦਾ ਅਕਾਲੀ ਦਲ ਹੈਗਾ ਜੀ। ਇਹ ਜਿਹੜਾ ਨਵਾਂ ਅਕਾਲੀ ਦਲ ਆ, ਇਹਨਾਂ ਦੇ ਬੰਦਿਆਂ ਨੂੰ ਪਤਾ ਹੈ ਕਿ ਉਹ ਪਟੀਸ਼ਨ ਪਾਉਣ ਵਾਲਾ ਬੰਦਾ ਕੌਣ ਆ। ਬੇਸਿਕਲੀ ਉਹ ਹਰਿਆਣੇ ਦਾ, ਹਰਿਆਣੇ ਚੋਂ ਵੀ ਮੈਂਬਰ ਹੈ, ਪੰਜਾਬ ਚੋਂ ਵੀ ਮੈਂਬਰ ਹੈ। ਤੇ ਉਹ ਸਟੇ ਜਿਹੜਾ ਲਿਆ ਹੋਇਆ, ਅਸਲ 'ਚ ਪਟੀਸ਼ਨ ਉਹ ਮਿੱਥ ਕੇ ਪਾਈ ਗਈ ਸੀ ਤਾਂ ਕਿ ਕੰਮ ਲਮਕਦਾ ਲਮਕਦਾ ਲੰਬਾ ਚਲਾ ਜਾਵੇ। ਹੁਣ ਇਹਨਾਂ ਦਾ ਮੰਨਣਾ ਜਾਂ ਇਹਨਾਂ ਦੀ ਰਣਨੀਤੀ ਇਹ ਹੈ ਕਿ ਜੇ ਅਸੀਂ ਉਹ ਸਟੇ ਤੜਵਾ ਲਈਏ ਤੇ ਉਧਰੋਂ ਦਿੱਲੀ ਦਰਬਾਰ ਦੇ ਵਿੱਚ ਪਹੁੰਚ ਰੱਖਣ ਵਾਲੇ ਰਸੂਖਦਾਰ ਸੱਜਣ ਇਹਨਾਂ ਦੇ, ਉਹ ਕੇਂਦਰ ਤੋਂ ਯੈਸ ਕਰਵਾ ਲੈਣ ਕਿ ਬਾਈ ਚਲੋ ਗਾਂ 27 ਦਾ ਆਪਾਂ ਮੁੱਢ ਬੰਨੀਏ। ਤਾਂ ਮੇਰੇ ਖਿਆਲ ਦੇ ਨਾਲ ਮੈਨੂੰ ਜਿੰਨੀ ਕੁ ਸਮਝ ਲੱਗਦੀ ਆ ਕਿ ਅਮਰਤਪਾਲ ਸਿੰਘ ਧੜੇ ਨੂੰ ਐਸਜੀਪੀਸੀ ਛੱਡ ਕੇ ਤੇ ਜਿਹੜੀ ਦੂਜੀ ਮੁੱਖ ਧਾਰਾ ਦੀ ਪੋਲਿਟਿਕਸ ਆ, ਉਹਦੇ ਵਿੱਚ ਇਹ ਧੜਾ ਜਿਹੜਾ ਹੈ ਉਹ ਫਿਰ ਅੱਗੇ ਨਿੱਤਰ ਪਵੇਗਾ। ਜਿੰਨਾ ਕੁ ਮੈਨੂੰ ਇਹਨਾਂ ਦੇ ਨਾਲ ਗੱਲਬਾਤ ਕਰਨ ਤੇ, ਜਿੰਨਾ ਕੁ ਰਣਨੀਤਿਕ ਪੈਂਤੜੇ ਨੂੰ ਸਮਝਣ ਤੇ ਜੋ ਚਾਨਣ ਹੋ ਰਿਹਾ, ਉਹ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਖੁੱਲ ਕੇ ਵੇਖਣ ਨੂੰ ਮਿਲ ਪੈਣ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਤੇ ਚੱਲੀਏ ਤਾਂ 1158 ਸਹਾਇਕ ਲਾਇਬ੍ਰੇਰੀਅਨ ਅਤੇ ਸਹਾਇਕ ਪ੍ਰੋਫੈਸਰਾਂ ਦਾ ਜਿਹੜਾ ਮਾਮਲਾ ਸੀ, ਬੀਤੇ ਦਿਨੀ ਅਦਾਲਤ ਨੇ ਉਸ ਨੂੰ ਮੁੱਢੋਂ ਹੀ ਰੱਦ ਕਰਨ ਨੂੰ ਆਖ ਦਿੱਤਾ ਸੀ, ਪਰ ਹੁਣ ਕਹਿੰਦੇ ਨੇ ਕਿ ਅਦਾਲਤੀ ਰਾਹਤ ਮਿਲੀ ਹੈ। ਇਹ ਰਾਹਤ ਕਿਹੋ ਜਿਹੀ ਹੈ ਜੀ? ਦੇਖੋ, ਇੱਕ ਗੱਲ ਤੇ ਹੈ ਕਿ ਜੋ ਬੈਂਸ ਸਾਹਿਬ ਆ, ਕੁਝ ਮਾਮਲਿਆਂ 'ਚ ਉਹਨਾਂ ਦੀ ਬੜੀ ਨੁਕਤਾਚੀਨੀ ਹੁੰਦੀ ਆ। ਕੁਝ ਮਾਮਲਿਆਂ ਦੇ ਵਿੱਚ ਪਿੱਛੇ ਜੇ ਆਪਾਂ ਵੇਖਿਆ ਵੀ ਜਿਸ ਤਰ੍ਹਾਂ ਨਿਮਰਤਾ ਦੇ ਨਾਲ ਉਹ ਆਏ ਸਨ, ਤਨਖਾਹ ਲੱਗੀ, ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਨੇ 1100 ਦੀ ਦੇਖ ਕਰਾਉਣੀ ਸੀ ਤੇ ਲੱਖਾਂ ਰੁਪਈਆ ਉਹਨਾਂ ਨੇ ਅਖਤਿਆਰੀ ਫੰਡ ਚੁੱਕਿਆ ਕਿ ਮੈਂ ਸੇਵਾ ਚਲਾਵਾਂਗਾ, ਤੇ ਸ਼ਾਇਦ 1 ਮਹੀਨੇ ਦੀ ਤਨਖਾਹ ਵੀ ਆਖਿਆ ਕਿ ਗੁਰੂ ਕੇ ਸ਼ਾਇਦ ਲੰਗਰ ਨੂੰ ਮੈਂ ਦੇਣੀ ਆ। ਮਤਲਬ ਕਿ ਉਹਨਾਂ ਨੇ ਕਾਫੀ ਵਾਹਵਾਹੀ ਖੱਟੀ। ਇਸ ਮਾਮਲੇ 'ਚ ਵੀ ਵਾਹਵਾਹੀ ਖੱਟ ਸਕਦੇ ਆ। ਕਿਉਂ? ਕਿਉਂਕਿ ਤੁਹਾਨੂੰ ਪਤਾ 1158 ਵਾਲਿਆਂ ਦੇ ਨਾਲ ਹਮਦਰਦੀ ਬਹੁਤ ਹੈ ਲੋਕਾਂ ਦੀ ਜੀ। ਕਿਉਂਕਿ ਉਹਨਾਂ ਦਾ ਕੇਸ ਹੀ ਕੁਝ ਇਸ ਤਰ੍ਹਾਂ ਦਾ ਨਾ, ਸਾਲਾਂ ਬੱਧੀ ਉਹ ਰੁਲਦੇ ਰਹੇ। ਜਦੋਂ ਉਹਨਾਂ ਦੀ ਵਾਰੀ ਆਈ ਤਾਂ ਕਾਂਗਰਸ ਸਰਕਾਰ ਨੇ ਵੀ ਕਈ ਗਲਤੀਆਂ ਕੀਤੀਆਂ ਨੇ। ਗੁਰਪ੍ਰੀਤ ਜੀ, ਇਹਨਾਂ ਨੂੰ ਐਕਸਟਰਾ ਲਾਭ ਦੇਤਾ, ਜਿਹਨੂੰ ਚੈਲੰਜ ਕਰ ਦਿੱਤਾ। ਉਹਨਾਂ ਦੇ ਵਿੱਚੋਂ ਹੀ ਜਿਹੜੇ ਧੜੇ ਹੁੰਦੇ ਹਨ ਦੂਜਿਆਂ ਨੇ, ਜਿਹੜੇ ਉਹਨਾਂ ਦੇ ਮੁਕਾਬਲੇਬਾਜ਼ ਸੀ, ਮਾਮਲਾ ਇਹਨਾਂ ਦੇ ਹੱਥੋਂ ਛੁੱਟਦਾ ਬਿਲਕੁਲ ਸੁਪਰੀਮ ਕੋਰਟ 'ਚ ਜਾ ਕੇ ਰੱਦ ਹੋ ਗਿਆ। ਹੁੰਦਾ ਕੀ ਆ ਕਿ ਇਹਦੇ ਨਾਲ ਝਟਕਾ ਬਹੁਤ ਲੱਗਿਆ ਕਿ ਇਹਨਾਂ ਨੂੰ ਫੌਰੀ ਤੌਰ ਤੇ ਪਾਸੇ ਕਰੋ। ਇਹਨਾਂ ਨੇ ਫਿਰ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਨਾਂ ਨੂੰ ਇਸ ਮਾਮਲੇ 'ਚ ਵੀ ਵਾਹਵਾਹੀ ਮਿਲ ਸਕਦੀ ਹੈ, ਇਹਨਾਂ ਨੇ ਫਿਰ ਵਕੀਲ ਕੀਤਾ ਅਭਿਸ਼ੇਕ ਮਨੂ ਸਿੰਘ ਵੀ, ਚੋਟੀ ਦਾ ਵਕੀਲ ਹੈ, ਤੁਹਾਨੂੰ ਪਤਾ, ਕਾਂਗਰਸੀ ਜੀ। ਉਹਨਾਂ ਨੇ ਕੀ ਕੀਤਾ ਕਿ
ਇੱਕ ਨਾ ਅਦਾਲਤੀ ਭਾਸ਼ਾ ਦੇ ਵਿੱਚ ਕਹਿ ਲਓ ਕਿ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਮੋਡੀਫਿਕੇਸ਼ਨ, ਜੀ ਕਿ ਭਾਈ ਹੁਣ ਫੈਸਲੇ ਨੂੰ ਤਾਂ ਆਪਾਂ ਚੈਲੰਜ ਬਾਅਦ ਚ ਕਰ ਲਵਾਂਗੇ, ਸੁਪਰੀਮ ਕੋਰਟ 'ਚ ਵੀ ਰਿਵਿਊ ਪੈ ਜਾਏਗਾ ਨਾ, ਜੀ ਬਟ ਇਹਨਾਂ ਨੂੰ ਰਾਹਤ ਕਿਵੇਂ ਦਵਾਈਏ? ਤਾਂ ਫਿਰ ਇਹਨਾਂ ਨੇ ਇੱਕ ਪੈਂਤੜਾ ਮੱਲਿਆ ਕਿ ਜੀ ਦੇਖੋ, ਜਦੋਂ ਤੱਕ ਭਰਤੀ ਨਹੀਂ ਹੁੰਦੀ ਸਾਡੇ ਤੇ ਕਾਲਜ ਬੰਦ ਹੋ ਜਾਣਗੇ। ਜੀ ਮਤਲਬ ਐਸਾ ਹੀ ਕਿਆ ਹੋਏਗਾ? ਤਾਂ ਉਹਦੇ ਨਾਲ ਕੀ ਹੋਇਆ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਚਲੋ ਠੀਕ ਆ, ਤੁਹਾਨੂੰ ਇਹ ਮੌਲਤ ਦੇ ਦਿੰਦੇ ਆ ਕਿ ਜਦੋਂ ਤੱਕ ਭਰਤੀ ਨਹੀਂ ਹੁੰਦੀ ਉਦੋਂ ਤੱਕ ਇਹ ਬੰਦੇ ਕੰਟੀਨਿਊ ਕਰ ਸਕਦੇ ਆ। ਇਹਦਾ ਮਤਲਬ ਇਹ ਆ ਕਿ ਜਦੋਂ ਤੱਕ ਭਰਤੀ ਹੋ ਨਹੀਂ ਜਾਂਦੀ ਇਹ ਇਲੀਜੀਬਲ ਵੀ ਰਹਿਣਗੇ ਭਰਤੀ ਵਾਸਤੇ, ਜੀ, ਪਰ ਇਹਨਾਂ ਨੂੰ ਕੋਈ ਐਕਸਟਰਾ ਲਾਭ ਨਹੀਂ ਮਿਲੇਗਾ, ਐਡਵਾਂਟੇਜ ਨਹੀਂ ਮਿਲੇਗਾ, ਪਰ ਉਦੋਂ ਤੱਕ ਇਹਨਾਂ ਨੂੰ ਰੈਗੂਲਰ ਤਨਖਾਹ ਮਿਲਦੀ ਰਹੇਗੀ। ਇਹ ਇੱਕ ਵੱਡੀ ਰਾਹਤ ਹੈ ਵੀ ਮਤਲਬ ਕਿ ਨਾਲ ਤਿਆਰੀ ਆਪਦੀ ਕਰਨਗੇ। ਹਾਂ, ਹੁਣ ਮਸਲਾ ਜਿਹੜਾ ਉਹ ਇਹ ਰਹੇਗਾ ਕਿ ਜਿਵੇਂ ਹੁਣ ਮੰਨ ਲਓ ਕਿਸੇ ਕੇਸ ਦੇ ਵਿੱਚ ਕੋਈ ਓਵਰ ਏਜਡ ਹੋ ਗਿਆ ਆ 3-4 ਸਾਲਾਂ 'ਚ ਜਾਂ ਕੁਝ ਹੋਰ ਹੋ ਗਿਆ, ਤਾਂ ਉਹਦਾ ਕਿਵੇਂ ਪੱਖ ਪੂਰੂਗੀ ਸਰਕਾਰ, ਉਹਦੇ ਲਈ ਕੀ ਕੁਝ ਕੀਤਾ ਜਾਊਗਾ, ਇਹ ਹੁਣ ਵੇਖਣਯੋਗ ਗੱਲ ਹੋਏਗੀ। ਮਤਲਬ ਇੱਕ ਵਾਰੀ 1158 ਵਾਲਿਆਂ ਲਈ ਵੱਡੀ ਰਾਹਤ ਆ, ਤੇ ਮੇਰੇ ਖਿਆਲ ਦੇ ਨਾਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਦਾ ਡੈਫੀਨੇਟਲੀ ਲਾਭ ਜਿਹੜਾ ਹੈ ਉਹ ਸਿੱਖਿਆ ਮੰਤਰੀ ਨੂੰ ਮਿਲ ਸਕਦਾ ਹੈ, ਕਿਉਂਕਿ 1158 ਵਾਲੇ ਜਿਹੜੇ ਆ ਨਾ ਉਹ ਪੂਰੀ ਨਿਗਾਹ ਰੱਖਦੇ, ਪੂਰੀ ਪੈਰਵਾਈ ਕਰਦੇ ਆ। ਤਾਂ ਇਹਨਾਂ ਨੇ ਜਿਸ ਤਰ੍ਹਾਂ ਇੱਕ ਵਾਰੀ ਕਹਿ ਲਓ ਕਿ ਇੱਕ ਫੌਰੀ ਰਾਹਤ ਦਵਾਈ ਆ, ਤਾਂ ਉਹਦੇ ਵਿੱਚ ਥੋੜੀ ਬਹੁਤੀ ਹਮਦਰਦੀ ਇਹਨਾਂ ਨੂੰ ਮਿਲ ਸਕਦੀ ਆ। ਪਰ ਜਿਵੇਂ ਮੈਂ ਕਿਹਾ ਕਿ ਹੁਣ ਹੱਥ ਬਾਕੀ ਤਾਂ ਖੜੇ ਹੀ ਆ, ਸੁਪਰੀਮ ਕੋਰਟ ਦਾ ਆਰਡਰ ਆ ਕਿ ਭਰਤੀ ਜਿਹੜੀ ਆ ਉਹ ਰੱਦ ਹੋਊਗੀ, ਭਰਤੀ ਦੁਬਾਰਾ ਹੋਊਗੀ। ਜੀ, ਸੋ ਜੇਕਰ ਅੱਗੇ ਚੱਲੀਏ ਤਾਂ ਪੰਜਾਬ ਦੇ ਵਿੱਚ ਵੈਸੇ ਕਪੂਰਥਲਾ ਏਰੀਏ ਦੇ ਵਿੱਚ, ਸੁਲਤਾਨਪੁਰ ਲੋਧੀ ਏਰੀਏ, ਇੱਧਰ ਹੁਸ਼ਿਆਰਪੁਰ ਦੇ ਵਿੱਚ ਕੁਝ ਪਿੰਡਾਂ ਦੇ ਵਿੱਚ ਖਾਸਾ ਪਾਣੀ ਆਇਆ ਹੋਇਆ। ਕਈ ਦਿਨਾਂ ਤੋਂ ਲੋਕ ਆਪ ਆਪਣੇ ਪੱਧਰ ਤੇ ਬੰਨ ਮਜ਼ਬੂਤ ਕਰਨ 'ਚ ਲੱਗੇ ਹੋਏ ਨੇ, ਪਰ ਉਸ ਤੋਂ ਵੀ ਅੱਗੇ ਹੁਣ ਹੜ੍ਹ ਹੋਰ ਵੀ ਕਹਿਰ ਮਚਾ ਸਕਦਾ ਹੈ ਜੀ, ਖਬਰਾਂ ਨੇ। ਆਲਮੋਸਟ ਇਹ ਤੇ ਹੈ ਗੁਰਪ੍ਰੀਤ ਜੀ ਕਿ ਆਪਾਂ ਜੇ ਵੇਖੀਏ ਤੇ ਮਤਲਬ ਖਤਰਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਖਤਰਾ ਹੋਰ ਵੀ ਗੰਭੀਰ ਪਤਾ ਕਿਉਂ ਹੋ ਜਾਂਦਾ ਹੈ, ਜਿਸ ਨੂੰ ਗੌਰ ਨਾਲ ਵੇਖੋਗੇ ਕਿ ਮੌਨਸੂਨ ਦਾ ਸੀਜ਼ਨ ਹਾਲੇ ਬਕਾਇਆ ਪਿਆ ਹੈ ਜੀ, 3-4 ਹਫ਼ਤਿਆਂ ਦਾ। ਪਾਣੀ ਪਿੱਛੋਂ ਬਹੁਤ ਆਇਆ, ਪਹਾੜਾਂ ਤੇ ਮੀਂਹ ਬਹੁਤ ਪਏ ਨੇ, ਪਾਣੀ ਦੀ ਆਮਦ ਜ਼ਿਆਦਾ ਹੈ ਤੇ ਨਿਕਾਸੀ ਗਵਰਨਮੈਂਟ ਕਰ ਨਹੀਂ ਸਕਦੀ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਪਾਣੀ ਤਾਂ ਚੜਿਆ ਪਿਆ, ਜਿਵੇਂ ਪਠਾਨਕੋਟ ਤੋਂ ਲੱਗ ਜਾਓ ਤੁਹਾਡਾ ਏਰੀਆ ਇਧਰੋਂ ਦੁਆਬਾ, ਤੇ ਜੇ ਫਿਰ ਥੱਲੇ ਨੂੰ ਆ ਜਾਓਗੇ ਕੁਛ ਇਲਾਕੇ ਫਾਜ਼ਿਲਕਾ ਵਗੈਰਾ ਦੀ, ਤਾਂ ਮਤਲਬ ਕਿ ਜੇ ਪਾਣੀ ਹੋਰ ਛੱਡਦੇ ਆ ਤਾਂ ਸਮੱਸਿਆ ਕਾਂ ਵੱਡੀ ਹੋ ਜਾਏਗੀ। ਹੁਣ ਉੱਥੇ ਪਾਣੀ ਜਮ੍ਹਾਂ ਹੁੰਦਾ ਜਾਏਗਾ, ਜੇ ਫਰਜ਼ ਕਰੋ ਕਿ ਮੀਂਹ ਇਸੇ ਤਰ੍ਹਾਂ ਪੈਂਦੇ ਰਹੇ ਤਾਂ ਫਿਰ ਹੁਣ ਡੈਮ ਤਾਂ ਆਪਣੀ ਕਪੈਸਿਟੀ 'ਚ ਲਗਭਗ ਜਾ ਚੁੱਕੇ ਨੇ ਜੀ। ਪਰ ਅੱਗੇ ਜਿਹੜੀ ਕਹਿ ਲਓ ਕਿ ਸਾਡੇ ਵਾਸਤੇ ਦੁਖਦ ਪਰਿਸਥਿਤੀ ਜਿਹੜੀ ਉਤਪੰਨ ਹੋ ਸਕਦੀ ਆ, ਉਹ ਇਹ ਆ ਕਿ ਜੇ ਮੰਨ ਲਓ ਝੜੀ ਲੱਗ ਗਈ 2-4 ਦਿਨ ਦੀ, ਬਾਰਿਸ਼ਾਂ ਹੋਈਆਂ, ਉਧਰੋਂ ਫਲੱਡ ਗੇਟਸ ਜਿਹੜੇ ਆ ਖੋਲਣੇ ਪੈ ਗਏ, ਫਿਰ ਸਮੱਸਿਆ ਬਹੁਤ ਵੱਡੀ ਹੋ ਜਾਊਗੀ, ਫਿਰ ਬਹੁਤ ਵੱਡੀ ਸਮੱਸਿਆ ਹੋ ਜਾਊਗੀ, ਕਿਉਂਕਿ ਸਰਕਾਰ ਦੇ ਕੋਲ ਵਧੇਰੇ ਪ੍ਰਬੰਧ ਹੈ ਨਹੀਂ। ਆਪਾਂ ਨੂੰ ਵੀ ਪਤਾ ਹੈ, ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ। ਸੋ ਟੋਟਲੀ ਹੁਣ ਡਿਪੈਂਡ ਕਰ ਰਿਹਾ ਕੁਦਰਤ ਤੇ। ਕੁਝ ਇਲਾਕਿਆਂ ਦੇ ਵਿੱਚ ਵੇਖੋ, ਜਿਵੇਂ ਹੁਣ ਸਾਡਾ ਇਲਾਕਾ, ਇੱਥੇ ਮੀਂਹ ਮੰਗਦੇ ਆ ਲੋਕ ਕਿ ਇੱਕ ਮੀਂਹ ਪੈ ਜਾਵੇ ਤੇ ਝੋਨੇ ਬਣ ਜਾਣ, ਠੀਕ ਹੈ ਨਾ ਜੀ। ਪਰ ਕੁਝ ਇਲਾਕਿਆਂ 'ਚ ਮੀਂਹ ਨਹੀਂ ਮੰਗਿਆ ਜਾ ਰਿਹਾ, ਉਹਦਾ ਕਾਰਨ ਇਹੋ ਆ ਕਿ ਡੈਮਾਂ ਦਾ ਵਿੱਚੋਂ ਜੇ ਉਸੇ ਵੇਲੇ ਪਾਣੀ ਛੱਡਿਆ ਗਿਆ ਮੀਂਹਾਂ ਦੇ ਦੌਰਾਨ ਤੇ ਉਧਰੋਂ ਮੀਂਹ ਪੈ ਗਿਆ ਤਾਂ ਬਹੁਤ ਵੱਡੀ ਤਬਾਹੀ ਹੋ ਸਕਦੀ ਹੈ। ਜੀ, ਸੋ ਤਬਾਹੀ ਹੋ ਵੀ ਰਹੀ ਹੈ, ਬਹੁਤ ਵੱਡੇ ਪੱਧਰ ਦੇ ਉੱਪਰ ਲੋਕਾਂ ਦੀ ਫਸਲ ਖਰਾਬ ਹੋਈ ਹੈ, ਨੁਕਸਾਨ ਹੋ ਰਿਹਾ ਹੈ। ਇਸੇ ਦੇ ਨਾਲ ਅਲਵਿਦਾ ਚਾਹਾਂਗੇ, ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਸ਼ੁਕਰੀਆ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਪ੍ਰੋਗਰਾਮ? ਆਪਣੇ ਵਿਚਾਰ, ਰਾਏ, ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਨਾਲ। ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।